ਵੇਖੋ ਕਿਵੇਂ ਭਾਰਤ ਦੀ ਪ੍ਰਭੂ ਸੱਤਾ ਨੂੰ ਨਿਸ਼ਾਨਾ ਬਣਾਉਣ ਲਈ 10,000 ਕਰੋੜ ਰੁਪਏ ਭਾਰਤ ਵਿੱਚ ਪੰਪ ਇਨ ਕੀਤੇ ਜਾ ਰਹੇ ਹਨ। 5 ਅਗਸਤ 2023 ਨੂੰ ਨਿਊਯਾਰਕ ਟਾਈਮਜ਼ ਨੇ ਇੱਕ ਵੱਡਾ ਖੁਲਾਸਾ ਕੀਤਾ। ਜੇ ਇਸ ਨੂੰ ਭਾਰਤ ਦੀ ਇਤਿਹਾਸ ਦਾ ਸਭ ਤੋਂ ਵੱਡਾ ਖੁਲਾਸਾ ਕਿਹਾ ਜਾਵੇ ਤਾਂ ਵੀ ਉਹ ਗਲਤ ਨਹੀਂ ਹੋਵੇਗਾ। ਉਹਨਾਂ ਦੱਸਿਆ ਕਿ ਚਾਈਨੀਜ਼ ਪ੍ਰੋਪੇਗੈਂਡਾ ਦਾ ਇੱਕ ਗਲੋਬਲ ਵੈਬ ਚੱਲ ਰਿਹਾ ਹੈ, ਜਿਸ ਵਿੱਚ ਭਾਰਤ origin ਦਾ ਨੇਵਲ ਰॉय ਸਿੰਗਮ ਅਮਰੀਕੀ ਸਿਟੀਜ਼ਨ ਹੈ ਅਤੇ ਅੱਜ ਉਹ ਆਪਣੇ ਸਾਰੇ ਬਿਜ਼ਨਸ ਆਪਰੇਸ਼ਨ ਚਾਈਨਾ ਤੋਂ ਮੈਨੇਜ ਕਰ ਰਿਹਾ ਹੈ। ਪਰੰਤੂ ਇਸ ਨੇਵਲ ਰॉय ਸਿੰਗਮ ਬਾਰੇ ਜਾਣਨਾ ਕਿਉਂ ਜ਼ਰੂਰੀ ਹੈ? ਇਹ ਸਾਡੀਆਂ ਜ਼ਿੰਦਗੀਆਂ ਵਿੱਚ ਕਿਵੇਂ ਅਸਰ ਪਾ ਰਿਹਾ ਹੈ? ਤੁਸੀਂ ਚਾਈਨਾ ਪ੍ਰੋਪੇਗੈਂਡਾ ਵਾਲੀਆਂ ਖਬਰਾਂ ਤੇ ਜ਼ਰੂਰ ਵੇਖੀਆਂ ਹੋਣਗੀਆਂ। ਤੁਹਾਨੂੰ ਕਿਹੋ ਜਿਹਾ ਲੱਗੇਗਾ ਜੇ ਇਹ ਦੱਸਿਆ ਜਾਵੇ ਕਿ ਇਹ ਸਾਰੀਆਂ ਖਬਰਾਂ ਚਾਈਨਾ ਵੱਲੋਂ ਸਪਾਂਸਰ ਕੀਤੀਆਂ ਜਾਂਦੀਆਂ ਹਨ ਤੇ ਇਸ ਦੇ ਮਾਧਿਅਮ ਬਣਦੇ ਹਨ ਨੇਵਲ ਰॉय ਸਿੰਗਮ ਵਰਗੇ ਲੋਕ। ਇਹ ਨੇਵਲ ਰॉय ਸਿੰਗਮ ਇਸ ਐਂਟੀ ਇੰਡੀਆ ਪ੍ਰੋਪੇਗੈਂਡਾ ਦਾ ਸਿਰਫ ਇੱਕ ਕਰੈਕਟਰ ਹੈ। ਇਹ ਹੀਰੋ ਨਹੀਂ ਹੈ, ਇਹਦੇ ਹੋਰ ਵੀ ਕਈ ਪਾਤਰ ਹਨ। ਤੁਹਾਨੂੰ ਸੁਣ ਕੇ ਵੱਡਾ ਸ਼ੌਕ ਲੱਗੇਗਾ ਕਿ ਇਹਨਾਂ ਮੁੱਖ ਪਾਤਰਾਂ ਵਿੱਚ ਸ਼ਾਮਿਲ ਹਨ ਭਾਰਤ ਦੇ ਪੋਲੀਟੀਕਲ ਪਾਰਟੀਆਂ ਦੇ ਪੋਲੀਟੀਕਲ ਲੀਡਰ, ਕਈ ਨਿਊਜ਼ ਆਰਗੇਨਾਈਜੇਸ਼ਨਸ, ਕਈ ਫਿਲੈਂਥਰੋਪਿਸਟ ਯਾਨੀ ਕਿ ਸਮਾਜ ਸੇਵੀ ਅਤੇ ਸਭ ਤੋਂ ਵੱਡੀ ਗੱਲ ਹੈ ਇੱਕ ਐਕਸ RBI ਗਵਰਨਰ ਜਿਸ ਕੋਲ ਭਾਰਤ ਦੇ ਕਈ ਸੰਵੇਦਨਸ਼ੀਲ ਕਾਗਜ਼ਾਂ ਦਾ ਅਸੈਸ ਹੋਵੇਗਾ। ਅਜਿਹੇ ਲੋਕਾਂ ਦਾ ਨਾਮ ਅਜਿਹੇ ਐਂਟੀ ਇੰਡੀਆ ਪ੍ਰੋਪੇਗੈਂਡਾ ਵਿੱਚ ਸ਼ਾਮਿਲ ਹੈ। ਇਸ ਤੇ ਵਿਸ਼ਵਾਸ ਕਰਨਾ ਵੀ ਬੜਾ ਮੁਸ਼ਕਿਲ ਹੈ, ਪਰ ਇਹ ਸੱਚ ਹੈ। ਚਾਈਨਾ ਦਾ ਇਹ ਪੈਸਾ ਕਿਵੇਂ ਸਿੰਗਮ ਵਰਗੇ ਲੋਕਾਂ ਥਾਣੀ ਭਾਰਤ ਆਉਂਦਾ ਹੈ ਅਤੇ ਇਸ ਤੋਂ ਬਾਅਦ ਇਹ ਭਾਰਤ ਦੀਆਂ ਵੱਖ-ਵੱਖ ਨਿਊਜ਼ ਆਰਗੇਨਾਈਜੇਸ਼ਨਸ ਵਿੱਚ ਜਾਂਦਾ ਹੈ ਜਿੱਥੋਂ ਐਂਟੀ ਇੰਡੀਆ ਪ੍ਰੋਪੇਗੈਂਡਾ ਚਲਾਇਆ ਜਾਂਦਾ ਹੈ। ਇਹਨਾਂ ਸਾਰਿਆਂ ਤੱਥਾਂ ਦਾ ਇੱਕ ਵੈਬ ਕ੍ਰੀਏਟ ਕੀਤਾ ਗਿਆ ਹੈ। ਇਹ ਮੁੱਦਾ ਬਹੁਤ ਹੀ ਸੰਵੇਦਨਸ਼ੀਲ ਹੈ ਤੇ ਸਾਡੀ ਦਰਸ਼ਕਾਂ ਤੋਂ ਅਪੀਲ ਹੈ ਕਿ ਇਹ ਪੂਰੀ ਵੀਡੀਓ ਵੇਖਣ ਤਾਂ ਕਿ ਉਹ ਗੰਭੀਰ ਮੁੱਦੇ ਦੇ ਵੱਡੇ ਤੱਥਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਦੀ ਸ਼ੁਰੂਆਤ ਅਸੀਂ ਕਰਦੇ ਹਾਂ ਨੇਵਲ ਰॉय ਸਿੰਗਮ ਤੋਂ, ਜਿਸ ਦੀਆਂ 6 ਜਨਵਰੀ 2021 ਨੂੰ ਕਈ ਈਮੇਲਾਂ ਲੀਕ ਹੋਈਆਂ ਸਨ ਜੋ ਉਸਨੇ ਚਾਈਨੀਜ਼ ਪੱਤਰਕਾਰਾਂ ਅਤੇ ਇੱਕ ਭਾਰਤੀ ਪੱਤਰਕਾਰ ਨਿਊਜ਼ ਕਲਿੱਕ ਦੇ ਫਾਊਂਡਰ ਪ੍ਰਬੀਰ ਨੂੰ ਕੀਤੀਆਂ ਸਨ। ਇਸ ਵਿੱਚ ਉਹ ਇਹ ਡਿਸਕਸ ਕਰ ਰਿਹਾ ਸੀ ਕਿ ਭਾਰਤ ਚਾਈਨਾ ਬਾਰਡਰ ਡਿਸਪਿਊਟ ਨੂੰ ਕਿੰਜ ਵਿਖਾਉਣਾ ਹੈ। ਮੇਲ ਵਿੱਚ ਇਹ ਦੱਸਿਆ ਗਿਆ ਕਿ ਅਰੁਣਾਚਲ ਪ੍ਰਦੇਸ਼ ਦੇ ਮੈਪ ਨੂੰ ਕਿਸ ਤਰ੍ਹਾਂ ਦਿਖਾਉਣਾ ਹੈ। I think we missed the dotted line between India and China to the left of Bhutan ਅਤੇ ਇਸ ਦੇ ਨਾਲ ਇੱਕ ਮੈਪ ਵੀ ਨਾਲ ਜੋੜਿਆ ਗਿਆ ਸੀ ਜਿਸ ਵਿੱਚ ਲਿਖਿਆ ਸੀ Here is a map from diplomat where China claims ਅਰੁਣਾਚਲ ਪ੍ਰਦੇਸ਼। ਮਾਹਿਰਾਂ ਅਨੁਸਾਰ ਇਹ ਮੈਪ ਚਾਈਨਾ ਦਾ ਪ੍ਰੋਪੇਗੈਂਡਾ ਨੂੰ ਫੈਲਾ ਰਿਹਾ ਸੀ ਤੇ ਨੇਵਲ ਰॉय ਸਿੰਗਮ ਨਿਊਜ਼ ਕਲਿੱਕ ਦੇ ਐਡੀਟਰ ਨੂੰ ਇਸ ਮੈਪ ਨੂੰ ਯੂਜ਼ ਕਰਨ ਲਈ ਕਹਿ ਰਹੇ ਸਨ। ਹੁਣ ਆਉਂਦੇ ਹਾਂ ਅਸੀਂ ਦੂਜੇ ਪਾਤਰ ਤੇ ਜੋ ਹਨ ਨਿਊਜ਼ ਕਲਿੱਕ ਦੇ ਐਡੀਟਰ ਪ੍ਰਬੀਰ ਪੁਰਖਿਆਸਟ। ਇਹ ਨਿਊਜ਼ ਕਲਿੱਕ ਦੇ ਫਾਊਂਡਰ ਹਨ ਅਤੇ ਡਿਜੀਪਬ ਨਾਮ ਦੇ ਇੱਕ ਆਰਗੇਨਾਈਜੇਸ਼ਨ ਦੇ ਵਾਈਸ ਚੇਅਰਮੈਨ ਵੀ ਹਨ। ਡਿਜੀਪਬ ਅਸਲ ਵਿੱਚ ਕਈ ਸਾਰੇ ਪ੍ਰੋਮੀਨੈਂਟ ਡਿਜੀਟਲ ਚੈਨਲਸ ਦਾ ਇੱਕ ਐਸੋਸੀਏਸ਼ਨ ਵੀ ਹੈ। ਇਹੀ ਨਿਊਜ਼ ਕਲਿੱਕ ਇੱਕ ਸਪਰੰਗ ਨਾਮ ਦੇ ਵੈਬ ਚੈਨਲ ਨੂੰ ਫੰਡ ਕਰਦੀ ਹੈ ਜਿਸ ਨੇ 2012 ਦੇ ਅਸਾਮ ਰਾਈਟਸ ਦੇ ਮੇਨ ਆਰਗੇਨਾਈਜ਼ਰਸ ਨੂੰ ਚੈਰਿਟੀ ਲੂਪਸ ਦੱਸ ਕੇ ਉਹਨਾਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਜੇ ਅਸਾਮ ਰਾਈਟਸ ਦੀ ਗੱਲ ਕਰੀਏ ਤੇ ਇਹ ਇੱਕ ਸਟੂਡੈਂਟ ਜਥੇਬੰਦੀ AASU ਵੱਲੋਂ ਪ੍ਰਦਰਸ਼ਨ ਸੀ ਕਿ ਅਸਾਮ ਵਿੱਚ ਇਲੀਗਲ ਇਮੀਗ੍ਰੇਸ਼ਨ ਨੂੰ ਰੋਕਿਆ ਜਾਵੇ, ਜਿਸ ਤੋਂ ਬਾਅਦ ਅਸਾਮ ਸਰਕਾਰ ਨੇ ਆਪਣੇ ਸੂਬੇ ਵਿੱਚ ਗੈਰ ਕਾਨੂੰਨੀ ਬੰਗਲਾਦੇਸ਼ੀ ਅਤੇ ਰੋਹਿੰਗਿਆ ਤੇ ਕ੍ਰੈਕਡਾਊਨ ਸ਼ੁਰੂ ਕੀਤਾ। ਤਾਂ ਦੋ ਆਰਗੇਨਾਈਜੇਸ਼ਨ ਮਾਰਕਜ਼ੁਲ ਮਾਰੀਫ, ਮਾਰਕਜ਼ ਅਕੈਡਮੀ, ਇਹਨਾਂ ਦੋਨਾਂ ਜਥੇਬੰਦੀਆਂ ਨੇ ਇਸ ਗੱਲ ਤੇ ਅਸਾਮ ਤੇ ਮੁੰਬਈ ਵਿੱਚ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਨਤੀਜੇ ਵਜੋਂ ਇਹ ਪ੍ਰਦਰਸ਼ਨ ਹਿੰਸਕ ਦੰਗਿਆਂ ਵਿੱਚ ਤਬਦੀਲ ਹੋ ਗਿਆ। ਇਕੱਲੇ ਅਸਾਮ ਵਿੱਚ 70 ਤੋਂ ਵੱਧ ਲੋਕ ਮਾਰੇ ਗਏ, 4 ਲੱਖ ਲੋਕਾਂ ਨੂੰ ਘਰਾਂ ਤੋਂ ਬੇਘਰ ਹੋਣਾ ਪਿਆ। ਸਿਰਫ ਇਹਨਾਂ ਦੰਗਿਆਂ ਕਾਰਨ ਭਾਰਤ ਨੂੰ 500 ਕਰੋੜ ਰੁਪਏ ਦਾ ਆਰਥਿਕ ਘਾਟਾ ਵੀ ਚੱਲਣਾ ਪਿਆ। ਇੱਕ ਦਿਲਚਸਪ ਤੱਥ ਹੋਰ ਵੇਖੋ ਕਿ ਜਦੋਂ ਸਰਕਾਰ ਨੇ ਮਰਕਜ਼ ਅਕੈਡਮੀ ਤੇ ਮਾਰਕਜ਼ੁਲ ਮਾਰੀਫ ਤੇ ਆਪਣੀ ਜਾਂਚ ਕਰਨੀ ਸ਼ੁਰੂ ਕੀਤੀ ਤਾਂ ਇਹ ਵੱਡਾ ਤੱਥ ਸਾਹਮਣੇ ਆਇਆ ਕਿ ਇਨ ਦੋਨਾਂ ਜਥੇਬੰਦੀਆਂ ਨੂੰ ਇੱਕ ਰੀਮ ਇੰਟਰਨੈਸ਼ਨਲ ਨਾਮਕ ਅੰਤਰਰਾਸ਼ਟਰੀ ਆਰਗੇਨਾਈਜੇਸ਼ਨ ਤੋਂ ਭਾਰੀ ਫੰਡਿੰਗ ਪ੍ਰਾਪਤ ਹੋਈ ਸੀ। ਮਤਲਬ 90 ਲੱਖ ਦੀ ਫੰਡਿੰਗ ਉਹ ਵੀ ਕਈ ਵਾਰੀ ਕੀਤੀ ਗਈ ਸੀ। ਤੇ ਜੇਕਰ ਅਸੀਂ ਵੈਬਸਾਈਟ ਤੇ ਜਾ ਕੇ ਵੇਖਦੇ ਹਾਂ ਤਾਂ ਉਹ ਐਡਰੈਸ ਵੀ ਚਾਈਨਾ ਦਾ ਹੀ ਹੈ। ਤੇ ਜੇਕਰ ਆਪਾਂ ਤੁਹਾਨੂੰ ਸਾਰ ਦਸੀਏ ਤਾਂ ਸਾਰ ਇਹ ਹੈ ਕਿ ਅਸਾਮ ਦੰਗਿਆਂ ਵਿੱਚ ਵੀ ਚਾਈਨਾ ਦਾ ਵੱਡਾ ਹੱਥ ਸੀ ਤੇ ਚਾਈਨਾ ਦਾ ਪੈਸਾ ਇਹਨਾਂ ਦੰਗਿਆਂ ਵਿੱਚ ਵਰਤਿਆ ਗਿਆ ਸੀ।
ਲੇਕਿਨ ਸਬਰੰਗ ਵੈਬ ਚੈਨਲ ਚਾਹੁੰਦਾ ਹੈ ਕਿ ਅਜਿਹੀਆਂ ਜਥੇਬੰਦੀਆਂ ਨੂੰ ਚੈਰਿਟੀ ਜਥੇਬੰਦੀਆਂ ਸਮਝਿਆ ਜਾਵੇ। ਹੁਣ ਅਸੀਂ ਆਪਣੇ ਵਾਪਸ ਵੈਬ ਤੇ ਆਈਏ। ਅਸੀਂ ਸਬਰੰਗ ਨਿਊਜ਼ ਕਲਿੱਕ ਤੇ ਨੇਵਲ ਰॉय ਸਿੰਗਮ ਦਾ ਕਨੈਕਸ਼ਨ ਦੇਖ ਰਹੇ ਸਨ। ਹੁਣ ਅਗਲੇ ਤੱਥਾਂ ਬਾਰੇ ਗੱਲ ਕਰੀਏ। ਸਬਰੰਗ ਦਾ ਤੇ ਵੈਬਸਾਈਟ ਵੀ ਨੇਵਲ ਰॉय ਸਿੰਗਮ ਦੇ ਐਸੋਸੀਏਟ ਕਿਰਨ ਚੰਦਰਾ ਨੇ ਬਣਾ ਕੇ ਦਿੱਤਾ ਹੈ, ਜੋ ਸਿੰਗਮ ਦੀ ਖੁਦ ਦੇ ਆਰਗੇਨਾਈਜੇਸ਼ਨ ਥਾਟ ਵਰਕ ਦੇ ਇੱਕ ਆਫੀਸ਼ੀਅਲ ਮੈਂਬਰ ਵੀ ਹਨ। ਇਹ ਸਭ ਲੋਕ ਇੱਕ ਦੂਜੇ ਨੂੰ ਜਾਣਦੇ ਹਨ ਕਿਉਂਕਿ ਕਿਰਨ ਚੰਦਰਾ ਨੇ ਨਿਊਜ਼ ਕਲਿੱਕ ਦੇ ਫਾਊਂਡਰ ਪ੍ਰਬੀਰ ਪੁਰਖਿਆਸ ਨਾਲ ਮਿਲ ਕੇ ਇੱਕ ਆਪਣਾ ਆਰਗੇਨਾਈਜੇਸ਼ਨ ਵੀ ਖੋਲ੍ਹ ਰੱਖਿਆ ਹੈ, ਜਿਸ ਦਾ ਨਾਮ ਹੈ ਫ੍ਰੀ ਸੌਫਟਵੇਅਰ ਮੂਵਮੈਂਟ ਆਫ ਇੰਡੀਆ। ਇਹਨਾਂ ਲੋਕਾਂ ਦੀ ਲਾਇਲਟੀ ਜਾਂ ਰਾਈਵਲਰੀ ਕਿਸੇ ਇੱਕ ਪੋਲੀਟੀਕਲ ਪਾਰਟੀ ਦੇ ਅਗੇਂਸਟ ਨਹੀਂ ਹੈ। ਇਹ ਵੈਬ ਸਿਰਫ ਅਸਾਮ ਰਾਈਟਸ ਨਾਲ ਕਨੈਕਟਡ ਨਹੀਂ ਹੈ, ਇਹੀ ਵੈਬ ਗੋਧਰਾ ਰਾਈਟਸ ਨਾਲ ਵੀ ਕਨੈਕਟਡ ਹੈ। ਜੇਕਰ ਗੋਧਰਾ ਦੰਗਿਆਂ ਦੀ ਗੱਲ ਕਰੀਏ ਤੇ ਹਿੰਦੂ ਸਿੱਖ ਮੁਸਲਮਾਨਾਂ ਨੂੰ ਮਿਲਾ ਕੇ 1000 ਤੋਂ ਵੱਧ ਬੰਦੇ ਮਾਰੇ ਗਏ ਸਨ ਤੇ ਪੂਰੇ ਦੇਸ਼ ਦਾ 2000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ। ਅਤੇ ਇਸ ਪੂਰੇ ਕੇਸ ਵਿੱਚ ਵੀ ਵਨ ਆਫ ਦਾ ਮੋਸਟ ਅਕਿਊਜ਼ ਸੀ ਤੀਸਤਾ ਸਿਤਲਵਾਲ, ਜੋ ਸਬਰੰਗ ਦੀ ਫਾਊਂਡਰ ਹੈ। ਇੱਕ ਵਾਰੀ ਅਸੀਂ ਫਿਰ ਦੱਸ ਦਈਏ ਕਿ ਇਹ ਅਕਿਊਜ਼ ਨੇ, ਕਨਵਿਕਟਡ ਨਹੀਂ ਹਨ, ਪਰੰਤੂ ਇਹਨਾਂ ਤੇ ਆਰੋਪ ਹਨ ਕਿ ਇਹਨਾਂ ਨੇ ਲੋਕਾਂ ਦੇ ਬਿਆਨ ਲੈ ਕੇ ਲੋਕਾਂ ਦੇ ਬਿਆਨਾਂ ਨੂੰ ਵੱਧ ਚੜ ਕੇ ਦਰਸਾਇਆ ਅਤੇ ਦੰਗਿਆਂ ਨੂੰ ਭੜਕਾਉਣ ਦਾ ਕੰਮ ਕੀਤਾ। ਇਸ ਦੇ ਨਾਲ ਹੀ ਇਹਨਾਂ ਨੇ ਦੰਗਿਆਂ ਦੌਰਾਨ ਡੋਨੇਸ਼ਨਾਂ ਲੈ ਕੇ ਉਹਨਾਂ ਦਾ ਮਿਸਯੂਜ਼ ਕੀਤਾ, ਜੋ ਬਹੁਤ ਹੀ ਵੱਡੇ ਆਰੋਪ ਹਨ। ਬੇਸਿਕਲੀ ਦੰਗਿਆਂ ਵਰਗੇ ਮੁੱਦਿਆਂ ਵਿੱਚ ਮਨੀ ਮਿੰਟਿੰਗ ਕਰਨ ਦਾ। ਇਸ ਵੈਬ ਤੋਂ ਬਾਅਦ ਹੁਣ ਅਸੀਂ ਆਉਂਦੇ ਹਾਂ ਦੂਜੇ ਵੈਬ ਤੇ, ਜਿਸ ਵਿੱਚ ਚਾਈਨਾ ਦੇ ਨਾਲ ਅਮਰੀਕਾ ਦੀ ਏਜੰਸੀ CIA ਦਾ ਵੀ ਵੱਡਾ ਹੱਥ ਹੈ। ਤੁਸੀਂ ਪ੍ਰਬੀਰ ਪੁਰਖਿਆਸ ਨੂੰ ਹੁਣ ਤੱਕ ਜਾਣ ਹੀ ਚੁੱਕੇ ਹੋਵੋਗੇ, ਜਿਹੜੇ ਨਿਊਜ਼ ਕਲਿੱਕ ਦੇ ਫਾਊਂਡਰ ਹਨ ਅਤੇ ਸਬਰੰਗ ਨੂੰ ਫੰਡ ਕਰਦੇ ਹਨ। ਉਹ ਡੀਜੀਪਬ ਦੇ ਵੀ ਵਾਈਸ ਚੇਅਰਮੈਨ ਹਨ। ਇੱਕ ਵਾਰ ਤੁਹਾਨੂੰ ਫਿਰ ਯਾਦ ਦਿਵਾ ਦਈਏ ਕਿ ਇਹ ਡੀਜੀਪਬ ਵੱਡੇ ਵੈਬ ਚੈਨਲਸ ਦਾ ਇੱਕ ਸਮੂਹ ਹੈ। ਇਸ ਡੀਜੀਪਬ ਸਮੂਹ ਵਿੱਚ ਇੱਕ ਵੈਬ ਚੈਨਲ ਹੈ ਦ ਨਿਊਜ਼ ਮਿਨਟ। ਇਹ ਡੀਜੀਪਬ ਸਮੂਹ ਦਾ ਫਾਊਂਡਰ ਵੀ ਹੈ। ਇਸ ਦੀ ਫਾਊਂਡਰ ਹੈ ਧਨਿਆ ਰਾਜਿੰਦਰਾ। ਦ ਨਿਊਜ਼ ਮਿਨਟ ਡੀਜੀਪਬ ਦਾ ਵੀ ਫਾਊਂਡਰ ਹੈ। ਇਹੀ ਧਨਿਆ ਰਾਜਿੰਦਰਾ ਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਵਿੱਚ ਫੈਲੋਸ਼ਿਪ ਐਡਵਾਈਜ਼ਰ ਵੀ ਹੈ। ਹੁਣ ਆਉਂਦਾ ਹੈ ਮੁੱਖ ਭਾਗ। ਇਸ NFI ਨੂੰ ਯਾਦ ਰੱਖਿਓ, ਨੈਸ਼ਨਲ ਫੈਡਰੇਸ਼ਨ ਆਫ ਇੰਡੀਆ। ਇਹ ਅਮਰੀਕਾ ਦੁਆਰਾ ਫੰਡਡ ਹੈ ਤੇ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ ਇਹ ਚਾਈਨਾ ਤੋਂ ਵੀ ਇਨਡਾਇਰੈਕਟ ਫੰਡ ਲੈਂਦਾ ਹੈ। ਸਭ ਤੋਂ ਪਹਿਲਾਂ ਗੱਲ ਅਸੀਂ ਕਰਦੇ ਹਾਂ NFI ਦੁਆਰਾ ਲਿੱਤੀ ਗਈ ਡਾਇਰੈਕਟ ਫੰਡਿੰਗ ਜੋ USA ਕਰਦਾ ਹੈ। ਇਹ ਦੋ ਅਮਰੀਕੀ NGOs ਦੁਆਰਾ ਫੰਡਡ ਹੈ। ਇੱਕ ਹੈ ਫੋਰਡ ਫਾਊਂਡੇਸ਼ਨ ਤੇ ਦੂਜੀ ਹੈ ਰੌਕੇਫੈਲਰ ਫਾਊਂਡੇਸ਼ਨ। ਅਤੇ ਪਿੱਛੇ ਜੇ ਜਦੋਂ CIA ਯਾਨੀ ਕਿ ਸੈਂਟਰਲ ਇੰਟੈਲੀਜੈਂਸ ਏਜੰਸੀ ਦੇ ਡੀਪ ਕਲਾਸੀਫਾਈਡ ਡਾਕੂਮੈਂਟਸ ਰਿਲੀਜ਼ ਹੋਏ ਸਨ, ਉਸ ਦੇ ਵਿੱਚ ਸਾਹਮਣੇ ਆਇਆ ਸੀ ਕਿ ਇਹਨਾਂ ਦੋਨਾਂ NGOs ਦਾ CIA ਦੇ ਨਾਲ ਇੱਕ ਬਹੁਤ ਕਰੀਬੀ ਰਿਸ਼ਤਾ ਹੈ। ਅਤੇ ਦ ਰੌਕੇਫੈਲਰ ਫਾਊਂਡੇਸ਼ਨ ਦੇ ਟਰਸਟੀ ਜੌਨ ਮੈਕਲੋਏ, ਜਿਹੜੇ ਫੋਰਡ ਫਾਊਂਡੇਸ਼ਨ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ, ਉਹ CIA ਦੇ ਵਨ ਆਫ ਦਾ ਫਾਊਂਡਿੰਗ ਮੈਂਬਰਸ ਸਨ। ਅਤੇ ਉਹਨਾਂ ਦੀ ਹੀ ਰਿਪੋਰਟ ਤੇ ਇਹਨਾਂ ਦੋਨਾਂ NGOs ਨੂੰ ਇਸਟੈਬਲਿਸ਼ ਕੀਤਾ ਗਿਆ ਹੈ ਤਾਂ ਕਿ ਅਮਰੀਕੀ ਇੰਟਰਸਟ ਨੂੰ ਵੇਖਦੇ ਹੋਏ ਦੁਨੀਆ ਭਰ ਵਿੱਚ ਅਮਰੀਕੀ ਪ੍ਰੋਪੇਗੈਂਡਾ ਚਲਾਇਆ ਜਾ ਸਕੇ, ਜਿਸ ਦੀਆਂ ਜੜ੍ਹਾਂ ਭਾਰਤੀ ਮੀਡੀਆ ਵਿੱਚ ਵੀ ਸਾਹਮਣੇ ਆ ਰਹੀਆਂ ਹਨ। ਹੁਣ ਅਸੀਂ ਆਉਂਦੇ ਹਾਂ NFI ਦੀ ਇਨਡਾਇਰੈਕਟ ਚਾਈਨੀਜ਼ ਫੰਡਿੰਗ ਤੇ। ਇਸ NFI ਦੇ ਇੱਕ ਟਰਸਟੀ ਹਨ P ਸਾਈਨਾਥ, ਜਿਨ੍ਹਾਂ ਦਾ NGO ਪਰੀ ਨੇਵਲ ਰॉय ਸਿੰਗਮ ਦੇ ਥਾਟਫੁਲ ਆਰਗੇਨਾਈਜੇਸ਼ਨ ਤੋਂ ਫੰਡਿੰਗ ਵੀ ਲੈਂਦਾ ਹੈ। ਇਸ ਦੇ ਨਾਲ ਹੀ P ਸਾਈਨਾਥ ਟ੍ਰਾਈ ਕੰਟੀਨੈਂਟਲ ਥਿੰਕ ਟੈਂਕ ਦੇ ਮੈਂਬਰ ਵੀ ਹਨ, ਜੋ ਖੁਦ ਸਿੰਗਮ ਦੁਆਰਾ ਸ਼ੁਰੂ ਕੀਤਾ ਗਿਆ ਇੱਕ ਥਿੰਕ ਟੈਂਕ ਹੈ। ਜੇਕਰ ਇਹਨਾਂ ਦੋਨਾਂ ਵੈਬ ਦਾ ਸਾਰ ਕੱਢਿਆ ਜਾਵੇ ਤਾਂ ਇਸ ਤੋਂ ਸਪਸ਼ਟ ਹੈ ਕਿ ਇੰਡੀਆ ਵਿੱਚ ਪ੍ਰੋਪੇਗੈਂਡਾ ਫੈਲਾਉਣ ਲਈ ਚਾਈਨਾ ਅਤੇ ਅਮਰੀਕਾ ਦੋਨੋਂ ਹੀ ਵੱਡੇ ਪੱਧਰ ਤੇ ਪੈਸੇ ਪੰਪਿੰਗ ਕਰ ਰਹੇ ਹਨ। ਨੇਵਲ ਰॉय ਸਿੰਗਮ ਇੰਡੀਆ ਵਿੱਚ ਆਪਣਾ ਪੈਸਾ ਨਿਊਜ਼ ਕਲਿੱਕ ਆਰਗੇਨਾਈਜੇਸ਼ਨ, NFI ਨੈਸ਼ਨਲ ਫੈਡਰੇਸ਼ਨ ਆਫ ਇੰਡੀਆ, ਟ੍ਰਾਈ ਕੰਟੀਨੈਂਟਲ ਥਿੰਕ ਟੈਂਕ ਅਤੇ ਥਾਟ ਵਰਕਸ ਆਰਗੇਨਾਈਜੇਸ਼ਨ ਦੁਆਰਾ ਪੰਪਿੰਗ ਕਰਦੇ ਹਨ। ਇਸ ਤੋਂ ਇਲਾਵਾ CIA ਆਪਣਾ ਪੈਸਾ ਦ ਰੌਕੇਫੈਲਰ ਫਾਊਂਡੇਸ਼ਨ ਅਤੇ ਫੋਰਡ ਫਾਊਂਡੇਸ਼ਨ ਦੇ ਥਰੂ ਡੀਜੀਪਬ ਵਿੱਚ ਪੰਪਿੰਗ ਕਰਦਾ ਹੈ, ਜੋ ਅਲਟੀਮੇਟਲੀ ਸਾਰਾ ਪੈਸਾ ਡੀਜੀਪਬ ਸਮੂਹ ਦੇ ਸਾਰੇ ਵੈਬ ਚੈਨਲਾਂ ਦੇ ਥਰੂ ਇੰਡੀਆ ਵਿੱਚ ਪੰਪਿੰਗ ਕਰਦੀ ਹੈ ਤੇ ਆਪਣਾ ਪ੍ਰੋਪੇਗੈਂਡਾ ਭਾਰਤ ਵਿੱਚ ਫੈਲਾਉਂਦੇ ਹਨ। ਇਸ ਤੋਂ ਬਾਅਦ ਜੇਕਰ ਗੱਲ ਕਰੀਏ ਟ੍ਰਾਈ ਕੰਟੀਨੈਂਟਲ ਥਿੰਕ ਟੈਂਕ ਦੀ, ਤੇ ਇੱਕ ਬਹੁਤ ਹੀ ਮੁੱਖ ਪਾਤਰ ਹੈ। ਇਸ ਦੇ ਐਗਜ਼ੀਕਿਊਟਿਵ ਡਾਇਰੈਕਟਰ ਹਨ ਵਿਜੇ ਪ੍ਰਸਾਦ, ਜੋ CPI ਮਾਓਇਸਟ ਵਰਿੰਦਾ ਕਾਰਾਤ ਦੇ ਭਤੀਜੇ ਹਨ।
ਇਸ ਦੇ ਨਾਲ ਹੀ ਇਸ ਥਿੰਕ ਟੈਂਕ ਵਿੱਚ ਜ਼ਿਆਦਾਤਰ ਲੋਕ CPI ਮਾਓਇਸਟ ਪਾਰਟੀ ਤੋਂ ਬਿਲੋਂਗ ਕਰਦੇ ਹਨ ਜਾਂ ਉਹਨਾਂ ਦੇ ਇਨਡਾਇਰੈਕਟ ਮੈਂਬਰਸ ਹਨ ਅਤੇ ਇਹ ਵੀ ਸਾਬਿਤ ਕਰਦਾ ਹੈ ਕਿ ਨੇਵਿਲ ਰॉय ਸਿੰਗਮ ਅਤੇ ਉਸਦੇ ਸਾਰੇ ਸਾਥੀ ਪ੍ਰੋ ਚਾਈਨਾ ਲੋਕ ਹਨ, ਕਿਉਂਕਿ CPI ਮਾਓਇਸਟ ਪਾਰਟੀ ਨੇ 1962 ਦਾ ਭਾਵੇਂ ਇੰਡੀਆ ਚਾਈਨਾ ਜੰਗ ਹੋਵੇ ਜਾਂ 2020 ਦਾ ਇੰਡੀਆ ਚਾਈਨਾ ਗਲਵਾਨ ਕਲੈਸ਼ ਹੋ, ਇਸ ਨੇ ਹਮੇਸ਼ਾ ਚਾਈਨਾ ਦਾ ਸਮਰਥਨ ਕੀਤਾ ਹੈ। ਇਸ ਪਾਰਟੀ ਦੇ ਕਈ ਮੈਂਬਰਾਂ ਨੇ 1962 ਤੇ ਇੰਡੀਆ ਚਾਈਨਾ ਯੁੱਧ ਵਿੱਚ ਇਹ ਵੀ ਕਹਿ ਦਿੱਤਾ ਸੀ ਕਿ ਭਾਰਤੀ ਜ਼ਖਮੀ ਜਵਾਨਾਂ ਨੂੰ ਬਲੱਡ ਡੋਨੇਟ ਕਰਨਾ ਉਹਨਾਂ ਲਈ ਇੱਕ ਐਂਟੀ ਪਾਰਟੀ ਐਕਟੀਵਿਟੀ ਹੈ। ਇਸ ਤੋਂ ਵੱਧ ਸ਼ੌਕਿੰਗ ਕੀ ਹੋ ਸਕਦਾ ਹੈ। 2022 ਦੇ ਜਹਾਂਗੀਰ ਰਾਈਟਸ ਵਿੱਚ ਇੱਕ ਸੀਨੀਅਰ CPI ਮਾਓਇਸਟ ਬਰਿੰਦਾ ਕਰਾਰ ਦਾ ਨਾਮ ਸੀ। ਜਦੋਂ ਅਸੀਂ ਇਸ ਦਾ ਬੈਕਡ੍ਰੌਪ ਵੇਖਦੇ ਹੋਏ ਪਿੱਛੇ ਗਏ ਤੇ ਸਾਨੂੰ ਪਤਾ ਲੱਗਾ ਕਿ 2020 ਦਿੱਲੀ ਵਿੱਚ ਜਿਹੜੇ ਐਂਟੀ CAA ਰਾਈਟਸ ਹੋਏ ਸਨ, ਜੋ ਹਿੰਸਕ ਦੰਗਿਆਂ ਵਿੱਚ ਤਬਦੀਲ ਹੋ ਗਏ ਸਨ, ਉਸ ਦੇ ਵਿੱਚ ਵੀ ਨੇਵਿਲ ਦੀ ਇਹਨਾਂ ਤਿੰਨਾਂ ਐਂਟੀਟੀਜ਼ ਅਤੇ CPI ਮਾਓਇਸਟ ਦਾ ਹੱਥ ਸੀ। ਤੁਹਾਨੂੰ ਯਾਦ ਹੋਵੇਗਾ ਜਦੋਂ ਅਮਰੀਕਾ ਦੇ ਪ੍ਰਧਾਨ ਮੰਤਰੀ ਡੋਨਲਡ ਟਰੰਪ 2020 ਵਿੱਚ ਭਾਰਤ ਆਏ ਸਨ ਤੇ ਭਾਰਤ ਨਮਸਤੇ ਟਰੰਪ ਵਰਗਾ ਇੱਕ ਮੈਗਾ ਇਵੈਂਟ ਹੋਸਟ ਕਰ ਰਿਹਾ ਸੀ। ਇਸੇ ਦੌਰਾਨ ਅਚਾਨਕ ਦਿੱਲੀ ਵਿੱਚ ਹਿੰਸਕ ਦੰਗੇ ਸ਼ੁਰੂ ਹੋ ਗਏ ਸਨ। ਇਹਨਾਂ ਦੰਗਿਆਂ ਵਿੱਚ ਸਰਕਾਰੀ ਆਂਕਲਨ ਅਨੁਸਾਰ ਲਗਭਗ 25,000 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਤਕਰੀਬਨ 50 ਲੋਕ ਮਾਰੇ ਗਏ ਸਨ ਅਤੇ 700 ਲੋਕ ਘਾਇਲ ਹੋਏ ਸਨ। ਪਰ ਇਹਨਾਂ ਦੰਗਿਆਂ ਵਿੱਚ ਅਜੀਬ ਗੱਲ ਇਹ ਸੀ ਕਿ CAA ਦਾ ਲਿੰਕ ਭਾਰਤੀ ਸਿਟੀਜ਼ਨਾਂ ਨਾਲ ਸੀਗਾ ਹੀ ਨਹੀਂ, ਇਹਨਾਂ ਦਾ ਲਿੰਕ ਸੀ ਗੈਰ ਕਾਨੂੰਨੀ ਤੌਰ ਤੇ ਭਾਰਤ ਵਿੱਚ ਆਏ ਲੋਕਾਂ ਨਾਲ। ਸੋ ਇਹ ਪ੍ਰੋਟੈਸਟ ਜਾਂ ਪ੍ਰਦਰਸ਼ਨ ਜਾਂ ਦੰਗੇ ਸ਼ੁਰੂ ਹੀ ਕਿਉਂ ਹੋਏ? ਪੁਲਿਸ ਨੇ ਦਿੱਲੀ ਰਾਈਟਸ ਨੂੰ ਇਨਵੈਸਟੀਗੇਟ ਕਰਨ ਬਾਅਦ ਆਪਣੀ ਚਾਰਜ ਸ਼ੀਟ ਵਿੱਚ 2 ਪ੍ਰਮੁੱਖ ਲੋਕਾਂ ਦਾ ਨਾਮ ਲਿਖਿਆ ਸੀ। ਇੱਕ ਨਾਮ ਸੀ JNU ਦੇ ਪ੍ਰੋਫੈਸਰ ਜੈਤੀ ਘੋਸ਼ ਦਾ ਤੇ ਦੂਜਾ ਨਾਮ ਸੀ CPI ਮਾਓਇਸਟ ਦੇ ਲੀਡਰ ਸੀਤਾਰਾਮ ਯੇਚੂਰੀ ਦਾ। ਸੀਤਾਰਾਮ ਯੇਚੂਰੀ ਖੁਦ ਇੱਕ CPI ਮਾਓਇਸਟ ਹੈ, ਪਰੰਤੂ ਉਹਨਾਂ ਦੀ ਪਤਨੀ ਸੀਮਾ ਚਿਸ਼ਤੀ NFI ਵਿੱਚ ਜੋ CIA ਦੁਆਰਾ ਫੰਡਡ ਹੈ, ਉਸ ਵਿੱਚ ਫੈਲੋਸ਼ਿਪ ਐਡਵਾਈਜ਼ਰ ਹਨ। ਇਸ ਦੇ ਨਾਲ ਹੀ ਉਹਨਾਂ ਦੀ ਬੇਟੀ ਜਾਨਵੀ ਸੇਨ DigiPub ਦੇ ਇੱਕ ਮੈਂਬਰ ਦ ਵਾਇਰ ਦੀ ਐਡੀਟਰ ਵੀ ਹਨ। DigiPub ਦੇ ਇਹ ਮੈਂਬਰ ਉਹਨਾਂ ਚੈਨਲਾਂ ਵਿੱਚ ਸਨ ਜੋ CAA ਨੂੰ ਹਿੰਦੂ ਮੁਸਲਿਮ ਡਿਬੇਟ ਬਣਾ ਰਹੇ ਸਨ, ਜਦਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਨਾਮ ਤੋਂ ਹੀ ਸਾਫ਼ ਹੁੰਦਾ ਹੈ ਕਿ ਇਹ ਐਕਟ ਉਹਨਾਂ ਲੋਕਾਂ ਲਈ ਹੈ ਜੋ ਭਾਰਤ ਵਿੱਚ ਸਿਟੀਜ਼ਨਸ਼ਿਪ ਲਈ ਅਪਲਾਈ ਕਰ ਰਹੇ ਹਨ। ਇਸ ਦਾ ਇੰਡੀਅਨ ਹਿੰਦੂ ਜਾਂ ਮੁਸਲਮਾਨਾਂ ਨਾਲ ਕੋਈ ਲੈਣ ਦੇਣ ਨਹੀਂ ਹੈ। ਇਹ ਐਟ ਦਾ ਮੋਸਟ ਜਿਹੜੇ ਭਾਰਤ ਵਿੱਚ ਗੈਰ ਕਾਨੂੰਨੀ ਤੌਰ ਤੇ ਸਿਟੀਜ਼ਨ ਬਣੇ ਹਨ ਉਹਨਾਂ ਨੂੰ ਹੀ ਬਾਹਰ ਕੱਢੇਗਾ। ਪਰ ਇਸ ਗੱਲ ਨਾਲ ਭਾਰਤੀ ਨਾਗਰਿਕ ਨੂੰ ਕਿਉਂ ਚਿੰਤਾ ਹੋਣੀ ਚਾਹੀਦੀ ਹੈ? ਤੁਸੀਂ ਜੇਕਰ ਮਿਆਂਮਾਰ ਦਾ ਵੀ ਐਗਜ਼ਾਮਪਲ ਲੈ ਲਓ ਤੇ ਮਿਆਂਮਾਰ ਖੁਦ ਆਪਣੇ ਰੋਹਿੰਗਿਆ ਮੁਸਲਿਮਾਂ ਨੂੰ ਨਹੀਂ ਰੱਖ ਰਿਹਾ ਹੈ। ਜੇਕਰ ਬੰਗਲਾਦੇਸ਼ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਮੁਸਲਮਾਨ ਦੇਸ਼ ਹੁੰਦੇ ਹੋਏ ਵੀ ਆਪਣੇ ਰੋਹਿੰਗਿਆ ਮੁਸਲਮਾਨਾਂ ਨੂੰ ਅਸੈਪਟ ਨਹੀਂ ਕਰ ਰਿਹਾ ਹੈ। ਉਹਨਾਂ ਨੇ ਬੰਗਲਾਦੇਸ਼ ਦੇ ਬਾਹਰੀ ਬਾਰਡਰ ਤੇ ਹੀ ਇਹਨਾਂ ਰੋਹਿੰਗਿਆ ਮੁਸਲਮਾਨਾਂ ਦੀ ਇੱਕ ਰਹਿਣ ਬਸੇਰਾ ਬਣਾ ਦਿੱਤਾ ਹੈ। ਹੁਣ ਜੇਕਰ ਅਸੀਂ ਜੈਤੀ ਘੋਸ਼ ਦੀ ਗੱਲ ਕਰੀਏ ਤੇ ਉਹਨਾਂ ਨੇ ਆਪਣੇ JNU ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ 2 ਸਾਥੀਆਂ CP ਚੰਦਰਸ਼ੇਖਰ ਜੀ ਅਤੇ ਵਿਕਾਸ ਰਾਵਲ ਜੀ ਨਾਲ ਮਿਲ ਕੇ ਇੱਕ ERF ਨਾਮ ਦਾ ਯਾਨੀ ਕਿ ਇਕਨੋਮਿਕ ਰਿਸਰਚ ਫਾਊਂਡੇਸ਼ਨ ਨਾਮਕ ਇੱਕ ਆਰਗੇਨਾਈਜੇਸ਼ਨ ਬਣਾਇਆ ਸੀ। ਹੁਣ ਇਸ ਵਿੱਚ ਦਿਲਚਸਪ ਤੱਥ ਇਹ ਹੈ ਕਿ ਇਸ ਫਾਊਂਡੇਸ਼ਨ ਨੂੰ ਡਾਇਰੈਕਟ ਜਾਰਜ ਸੋਰਸ ਦਾ ਫਾਊਂਡੇਸ਼ਨ, ਫੋਰਡ ਫਾਊਂਡੇਸ਼ਨ ਅਤੇ UK ਦਾ ਆਈਡੀਆ ਫਾਊਂਡੇਸ਼ਨ ਫੰਡ ਕਰ ਰਿਹਾ ਹੈ। ਫੋਰਡ ਫਾਊਂਡੇਸ਼ਨ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ। ਸੋਰਸ ਫਾਊਂਡੇਸ਼ਨ ਵੀ ਆਪਣਾ ਪ੍ਰੋਜੈਕਟ ਸਿੰਡੀਕੇਟ ਕਿੱਦਾਂ ਚਲਾਉਂਦਾ ਹੈ, ਇਸ ਨਾਲ ਲੋਕ ਜਾਣੂ ਹਨ, ਪਰੰਤੂ ਅਸੀਂ ਇਸ ਬਾਰੇ ਅੱਗੇ ਗੱਲ ਕਰਾਂਗੇ। ਆਈਡੀਆ ਫਾਊਂਡੇਸ਼ਨ ਨੂੰ ਦੋਨੋਂ ਫੋਰਡ ਫਾਊਂਡੇਸ਼ਨ ਅਤੇ ਜੋਰਜ ਸੋਰਸ ਫਾਊਂਡੇਸ਼ਨ ਫੰਡ ਕਰਦੇ ਹਨ। ਆਈਡੀਆ ਫਾਊਂਡੇਸ਼ਨ ਦੇ ਜੇ ਇੱਕ ਪ੍ਰਮੁੱਖ ਤਖਤ ਦੀ ਗੱਲ ਕਰੀਏ ਤਾਂ ਇਸ ਦੇ 2 ਪ੍ਰਮੁੱਖ ਫਾਊਂਡਰ ਮੈਂਬਰਾਂ ਵਿੱਚ ਸ਼ਾਮਿਲ ਹਨ ਕਮਿਊਨਿਸਟ ਪਾਰਟੀ ਆਫ ਚਾਈਨਾ ਯਾਨੀ ਕਿ ਚਾਈਨਾ ਦੀ ਰੂਲਿੰਗ ਪਾਰਟੀ ਦੇ 2 ਮੈਂਬਰ। ਇਸ ਗੱਲ ਨਾਲ ਇਹ ਸਾਫ਼ ਨਹੀਂ ਹੁੰਦਾ ਕਿ ਇਸ ਫਾਊਂਡੇਸ਼ਨ ਨੂੰ ਅਸਲ ਵਿੱਚ ਅਮਰੀਕਾ ਚਲਾ ਰਿਹਾ ਹੈ ਜਾਂ ਚਾਈਨਾ ਚਲਾ ਰਿਹਾ ਹੈ, ਪਰੰਤੂ ਇਹ ਗੱਲ ਸਾਫ਼ ਹੈ ਕਿ ਇਸ ਆਰਗੇਨਾਈਜੇਸ਼ਨ ਨੂੰ ਬਾਹਰੋਂ ਹੀ ਚਲਾਇਆ ਜਾ ਰਿਹਾ ਹੈ। ਹੁਣ ਜੇਕਰ ਅਸੀਂ ਗੱਲ ਕਰੀਏ ਕਿ ਭਾਰਤ ਵਿੱਚ ਪਿਛਲੇ 20 ਸਾਲਾਂ ਵਿੱਚ ਜੋ ਵੀ ਵੱਡੇ ਦੰਗੇ ਹੋਏ ਹਨ ਜਾਂ ਭਾਰਤ ਦੀ ਅਰਥ ਵਿਵਸਥਾ ਨੂੰ ਨੁਕਸਾਨ ਪਹੁੰਚਾਉਣ ਵਾਲੇ ਵਾਕੇ ਹੋਏ ਹਨ, ਉਹਨਾਂ ਵਿੱਚ 3 ਜਾਂ 4 ਮੁੱਖ ਐਂਟੀਟੀਆਂ ਦੇ ਨਾਮ ਸ਼ਾਮਿਲ ਹਨ, ਜਿਨ੍ਹਾਂ ਵਿੱਚ ਨਾਮ ਸ਼ਾਮਿਲ ਹਨ ਨੇਵਿਲ ਰॉय ਸਿੰਗਮ, CPI ਮਾਓਇਸਟ, ਫੋਰਡ ਫਾਊਂਡੇਸ਼ਨ, ਰੌਕੇਫੈਲਰ ਫਾਊਂਡੇਸ਼ਨ ਜਿਸ ਨੂੰ ਇਨਡਾਇਰੈਕਟਲੀ CIA ਵੱਲੋਂ ਫੰਡ ਕੀਤਾ ਜਾ ਰਿਹਾ ਹੈ, ਓਪਨ ਸੁਸਾਇਟੀ ਫਾਊਂਡੇਸ਼ਨਸ ਜਾਂ ਸੋਰਸ ਫਾਊਂਡੇਸ਼ਨਸ
ਇਸ ਬਾਰੇ ਅਜੇ ਇਹ ਗੱਲ ਕਲੀਅਰ ਨਹੀਂ ਹੈ ਕਿ ਇਸ ਨੂੰ ਅਮਰੀਕਾ ਦੁਆਰਾ ਫੰਡ ਕੀਤਾ ਜਾਂਦਾ ਹੈ ਜਾਂ ਚਾਈਨਾ ਦੁਆਰਾ, ਕਿਉਂਕਿ ਇੱਕ ਸੰਭਾਵਨਾ ਇਹ ਵੀ ਹੈ ਕਿ CIA ਜਾਂ ਚਾਈਨਾ ਓਪਨ ਸੁਸਾਇਟੀ ਫਾਊਂਡੇਸ਼ਨਸ ਨੂੰ ਕੰਟਰੋਲ ਨਹੀਂ ਕਰ ਰਿਹਾ ਹੈ, ਬਲਕਿ ਓਪਨ ਸੁਸਾਇਟੀ ਫਾਊਂਡੇਸ਼ਨ ਸੈਂਟਰਲ ਇੰਟੈਲੀਜੈਂਸ ਏਜੰਸੀ ਅਤੇ ਚਾਈਨਾ ਨੂੰ ਕੰਟਰੋਲ ਕਰ ਰਹੀ ਹੈ, ਕਿਉਂਕਿ ਇਹ ਦੋਨੋਂ NGOs ਬਿਲ ਗੇਟਸ ਐਂਡ ਮਿਲਿੰਡਾ ਫਾਊਂਡੇਸ਼ਨ ਅਤੇ ਓਪਨ ਸੁਸਾਇਟੀ ਫਾਊਂਡੇਸ਼ਨ ਨਾਲ ਮਿਲ ਕੇ ਇੱਕ ਪ੍ਰੋਜੈਕਟ ਸਿੰਡੀਕੇਟ ਚਲਾ ਰਹੇ ਹਨ ਜੋ ਦੇਸ਼ ਵਿਦੇਸ਼ ਦੀਆਂ ਸਰਕਾਰਾਂ ਖਿਲਾਫ ਪੋਜ਼ਿਟਿਵ ਜਾਂ ਨੈਗੇਟਿਵ ਨੈਰੇਟਿਵ ਸ਼ੇਪ ਕਰਦਾ ਰਹਿੰਦਾ ਹੈ। ਪ੍ਰੋਜੈਕਟ ਸਿੰਡੀਕੇਟ ਦੀ ਵੈਬਸਾਈਟ ਦੇ ਅਨੁਸਾਰ ਇਹ 156 ਕੰਟਰੀਆਂ ਦੇ 508 ਮੀਡੀਆ ਆਊਟਲੈਟਸ ਨੂੰ ਕੰਟਰੋਲ ਕਰਦਾ ਹੈ ਤਾਂ ਕਿ ਉਸ ਕੰਟਰੀਜ਼ ਵਿੱਚ ਆਪਣਾ ਏਜੰਡਾ ਜਾਂ ਨੈਰੇਟਿਵ ਪੁਸ਼ ਕੀਤਾ ਜਾ ਸਕੇ ਤੇ ਇਵੈਂਚੁਅਲੀ ਉੱਥੇ ਦੀਆਂ ਪਾਲਿਸੀਆਂ ਨੂੰ ਆਪਣੇ ਫਾਇਦੇ ਦੇ ਅਨੁਸਾਰ ਸ਼ੇਪ ਕੀਤਾ ਜਾ ਸਕੇ। ਪਰੰਤੂ ਦੁਖਦਾਈ ਗੱਲ ਇਹ ਹੈ ਕਿ ਇਸ ਪ੍ਰੋਜੈਕਟ ਸਿੰਡੀਕੇਟ ਦੇ ਮੁੱਖ ਕੰਟਰੀਬਿਊਟਰਸ ਵਿੱਚ ਭਾਰਤ ਦੇ ਸਾਬਕਾ RBI ਗਵਰਨਰ ਦਾ ਨਾਮ ਵੀ ਸ਼ਾਮਲ ਹੈ, ਜਿਸ ਕੋਲ ਦੇਸ਼ ਦੇ ਕਈ ਸੰਵੇਦਨਸ਼ੀਲ ਕਾਗਜ਼ਾਂ ਦਾ ਅਸੈਸ ਵੀ ਸੀ। ਇਹਨਾਂ ਦਾ ਕੰਟਰੀਬਿਊਸ਼ਨ ਫਾਈਨੈਂਸ਼ੀਅਲੀ ਵੀ ਹੋ ਸਕਦਾ ਹੈ ਜਾਂ ਐਡਮਿਨਿਸਟ੍ਰੇਟਿਵ ਤੌਰ ਤੇ ਵੀ ਹੋ ਸਕਦਾ ਹੈ, ਪਰੰਤੂ ਇਸ ਤੱਥ ਬਾਰੇ ਸਾਨੂੰ ਜਾਣਕਾਰੀ ਨਹੀਂ ਹੈ, ਸੋ ਅਸੀਂ ਇਸ ਬਾਰੇ ਗੱਲ ਨਹੀਂ ਕਰਾਂਗੇ, ਕਿਉਂਕਿ ਸਭ ਤੋਂ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਉਂਕਿ ਜਿਵੇਂ ਹੀ ਨੇਵਲ ਰॉय ਸਿੰਗਮ ਦਾ ਕੇਸ ਮੀਡੀਆ ਵਿੱਚ ਉਛਲਿਆ ਤੇ ਇਹਨਾਂ ਨਿਊਜ਼ ਚੈਨਲਾਂ ਵਿੱਚੋਂ ਕਈ ਨਿਊਜ਼ ਚੈਨਲਾਂ ਵਿੱਚ ਨਾਮ ਬਦਲਣ ਲੱਗ ਪਏ, ਜੋ ਇਸ ਗੱਲ ਵੱਲ ਸਾਫ਼ ਇਸ਼ਾਰਾ ਕਰਦਾ ਹੈ ਕਿ ਕੁਝ ਤਾਂ ਗੜਬੜ ਹੈ। ਹਾਲ ਹੀ ਵਿੱਚ ਸਾਡੇ ਭਾਰਤ ਦੇ ਐਕਸਟਰਨਲ ਅਫੇਅਰਸ ਮਿਨਿਸਟਰ S ਜੈਸ਼ੰਕਰ ਵੱਲੋਂ ਇੱਕ ਪੋਡਕਾਸਟ ਵਿੱਚ ਕਿਹਾ ਗਿਆ ਸੀ ਕਿ ਭਾਰਤ ਵਿੱਚ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ UK ਅਮਰੀਕਾ ਵਿੱਚ ਭਾਰਤ ਦੇ ਇਲੈਕਸ਼ਨ ਸ਼ੁਰੂ ਹੋ ਜਾਂਦੇ ਹਨ। ਸ਼ਾਇਦ ਉਹਨਾਂ ਦਾ ਇਹ ਕਹਿਣਾ ਸੀ ਕਿ ਚੋਣ ਸੀਜ਼ਨ ਦੌਰਾਨ ਇਹਨਾਂ ਦੋਨਾਂ ਦੇਸ਼ਾਂ ਵਿੱਚੋਂ ਭਾਰਤ ਵਿੱਚ ਨੈਰੇਟਿਵ ਸੈੱਟ ਕਰਨ ਲਈ ਅਥਾਹ ਪੈਸਾ ਪੰਪਿੰਗ ਹੁੰਦਾ ਹੈ ਤਾਂ ਕਿ ਉਹ ਆਪਣਾ ਏਜੰਡਾ ਫੈਲਾਉਣ ਲਈ ਭਾਰਤ ਦੇ ਚੋਣਾਂ ਨਾਲ ਛੇੜਛਾੜ ਕਰ ਸਕਣ। I don't know if election season has started in India and Delhi or not, but for sure it has started in London and New York. ਜੇਕਰ ਤੱਥਾਂ ਦੀ ਗੱਲ ਕਰੀਏ ਤੇ ਜਾਰਜ ਸੋਰਸ ਇਕੱਲੇ ਵੱਲੋਂ 8,000 ਕਰੋੜ ਰੁਪਇਆ ਭਾਰਤ ਵਿੱਚ ਨੈਰੇਟਿਵ ਸੈੱਟ ਕਰਨ ਲਈ ਪੰਪਿੰਗ ਕੀਤਾ ਗਿਆ ਹੈ। ਜੇਕਰ ਨੇਵਲ ਰॉय ਸਿੰਗਮ ਦੀ ਗੱਲ ਕਰੀਏ ਤੇ CNN ਦੇ ਤੱਥਾਂ ਦੇ ਅਨੁਸਾਰ ਸਿਰਫ ਨੇਵਲ ਰॉय ਸਿੰਗਮ ਨੂੰ 2,200 ਕਰੋੜ ਦੀ ਫੰਡਿੰਗ ਪ੍ਰਾਪਤ ਹੋਈ ਹੈ। ਤਾਂ ਨਿਸ਼ਚਿਤ ਤੌਰ ਤੇ ਇਹ ਸਿਰਫ ਐਂਟੀ ਭਾਰਤ ਪ੍ਰੋਪੇਗੈਂਡਾ ਨਹੀਂ, ਇਹ ਇੱਕ ਵੱਡਾ ਗੇਮ ਹੈ। ਇਹ ਐਂਟੀ ਇੰਡੀਆ ਪ੍ਰੋਪੇਗੈਂਡਾ ਹੈ ਜਿਸ ਵਿੱਚ ਭਾਰਤ ਪਿਸ ਰਿਹਾ ਹੈ। ਸਾਨੂੰ ਲੱਗਦਾ ਹੈ ਕਿ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਵੀ ਨਹੀਂ ਹੋਵੇਗੀ। ਇਸ ਲਈ ਅਜਿਹੀ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾਉਣਾ ਬਹੁਤ ਜ਼ਰੂਰੀ ਹੈ ਜਿਹੜੇ ਦੇਸ਼ ਵਿਰੋਧੀ ਤਾਕਤਾਂ ਭਾਰਤ ਵਿੱਚ ਭਾਰਤ ਦੇ ਇੰਟਰਸਟ ਨੂੰ ਖਤਰੇ ਵਿੱਚ ਪਾ ਰਹੀਆਂ ਹਨ ਅਤੇ ਲੋਕਤਾਂਤਰਿਕ ਢਾਂਚੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਇਹਨਾਂ ਲੋਕਾਂ ਬਾਰੇ ਜਾਣਕਾਰੀ ਬੇहद ਜ਼ਰੂਰੀ ਹੈ। ਜਿਵੇਂ ਹੀ ਭਾਰਤ ਵਿੱਚ ਚੋਣਾਂ ਸ਼ੁਰੂ ਹੁੰਦੀਆਂ ਹਨ, ਕਿਵੇਂ ਭਾਰਤ ਵਿੱਚ ਅਚਾਨਕ ਪ੍ਰਦਰਸ਼ਨ, ਹਿੰਸਕ ਝੜਪਾਂ, ਦੰਗੇ ਸ਼ੁਰੂ ਹੋ ਜਾਂਦੇ ਹਨ। ਸਾਡੇ ਦੇਸ਼ ਦੇ ਲੋਕਾਂ ਨੂੰ ਅਜਿਹੀ ਭਾਰਤ ਵਿਰੋਧੀ ਤਾਕਤਾਂ ਸੰਬੰਧੀ ਜਾਗਰੂਕ ਹੋਣਾ ਬੇहद ਜ਼ਰੂਰੀ ਹੈ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ। ਧੰਨਵਾਦ।